ਹੈਲੋ ਸਟੂਡੈਂਟਸ, ਅੱਜ ਅਸੀਂ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈ ਭੂ ਰਾਜਨੀਤੀ ਯਾਨੀ ਕਿ ਜੀਓ ਪੋਲੀਟਿਕਸ, ਜੋ ਕਿ ਇੱਕ ਬਹੁਤ ਹੀ ਵਧੀਆ ਕਨਸੈਪਟ ਹੈਗਾ ਜਿਹਦੇ ਬਾਰੇ ਅਸੀਂ ਅੱਜ ਪੜ੍ਹਾਂਗੇ। ਤਾਂ ਇੱਥੇ ਕੁਐਸਚਨ ਪੁੱਛਿਆ ਹੋਇਆ ਕਿ ਭੂ ਰਾਜਨੀਤੀ ਕੀ ਹੈ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਅਧਿਐਨ ਵਿੱਚ ਭੂ ਰਾਜਨੀਤੀ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕਰੋ। ਠੀਕ ਹੈ ਜੀ, ਕਿ ਭੂ ਰਾਜਨੀਤੀ ਕੀ ਹੁੰਦੀ ਹੈ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਕੀ ਹੈ ਭੂ ਰਾਜਨੀਤੀ। ਠੀਕ ਹੈ, ਕਿਉਂ ਇਹਨੂੰ ਮਹੱਤਵ ਦਿੱਤਾ ਜਾਂਦਾ, ਇਹ ਕਿਉਂ ਇੰਪੋਰਟੈਂਟ ਹੈਗੀ। ਤਾਂ ਆਰੰਭ ਦੇ ਵਿੱਚ ਭੂ ਰਾਜਨੀਤੀ ਦੇ ਦ੍ਰਿਸ਼ਟੀਕੋਣ ਨੂੰ ਰਾਜਨੀਤਿਕ ਭੂਗੋਲ ਦਾ ਅਧਿਐਨ ਆਖਿਆ ਜਾਂਦਾ ਸੀਗਾ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਭੂਗੋਲ ਦੀ ਭੂਮਿਕਾ ਦੇ ਅਧਿਐਨ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀਗਾ ਕਿ ਕਿਸੇ ਇਲਾਕੇ ਦੀ ਜੋਗ੍ਰਾਫੀਕਲ ਕੰਡੀਸ਼ਨ ਕਿੱਦਾਂ ਦੀ ਆ, ਹੈ ਨਾ, ਉੱਥੋਂ ਦੀ ਭੂਗੋਲਿਕ ਅਵਸਥਾ ਕਿਸ ਤਰ੍ਹਾਂ ਦੀ ਹੈਗੀ। ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਕਿ ਕਿਸੇ ਵੀ ਖੇਤਰ ਦੀ ਜਿਹੜੀ ਭੂਗੋਲਿਕ ਸਥਿਤੀ ਹੈਗੀ, ਜੋਗ੍ਰਾਫੀਕਲ ਕੰਡੀਸ਼ਨ ਹੈਗੀ, ਉਹ ਵੀ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ। ਠੀਕ ਹੈ ਜੀ, ਤਾਂ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਖਾਸ ਕਰਕੇ ਵਿਦੇਸ਼ ਨੀਤੀ ਦੇ ਅਧਿਐਨ ਦੇ ਵਿੱਚ ਜਿਹੜੇ ਆ ਇਹ ਅਹਿਮ ਦ੍ਰਿਸ਼ਟੀਕੋਣ ਭੂ ਰਾਜਨੀਤੀ ਹੈ। ਤਾਂ ਭੂ ਰਾਜਨੀਤੀ ਦ੍ਰਿਸ਼ਟੀਕੋਣ ਇਹ ਵਿਚਾਰ ਪੇਸ਼ ਕਰਦਾ ਕਿ ਰਾਜਨੀਤਿਕ ਪਹਿਚਾਣ ਅਤੇ ਕਿਰਿਆ ਬਹੁਤ ਹੱਦ ਤੱਕ ਭੂਗੋਲ ਦੇ ਦੁਆਰਾ ਵੱਧ ਜਾਂ ਘੱਟ ਨਿਰਧਾਰਿਤ ਹੁੰਦੀ ਹੈ। ਤਾਂ 18ਵੀਂ ਸਦੀ ਦੇ ਵਿੱਚ ਮਹਾਨ ਚਿੰਤਕ ਸੀਗਾ, ਇੱਕ ਵਿਦਵਾਨ ਸੀਗਾ ਇਮੈਨੂਅਲ ਕਾਂਟ। ਉਹਨਾਂ ਨੇ ਜਿਹੜੀ ਹੈ ਰਾਜਨੀਤਿਕ ਭੂਗੋਲ ਦੀ ਜਿਹੜੀ ਅਧਿਐਨ ਦੀ ਮਹੱਤਤਾ ਸੀ ਇਹਨੂੰ ਸਵੀਕਾਰ ਕੀਤਾ, ਅਸੈਪਟ ਕੀਤਾ। ਤਾਂ ਜਰਮਨੀ ਦੇ ਵਿੱਚ ਕਾਂਟ ਦੇ ਸ਼ਾਗਿਰਦਾਂ ਜਿਵੇਂ ਕਿ ਫਰੈਡਰਿਕ ਹੈਨਰਿਕ, ਕਾਰਲ ਰਿਟਰ, ਫਰੈਡਰਿਕ ਰੈਂਜ਼ਲ, ਜਿਹੜੇ ਇਹ ਵਿਦਵਾਨ ਸੀਗੇ, ਇਹਨਾਂ ਨੇ ਵੀ ਰਾਜਨੀਤਿਕ ਭੂਗੋਲ ਦੇ ਅਧਿਐਨ ਦੀ ਮਹੱਤਤਾ ਨੂੰ, ਇਹਦੀ ਇੰਪੋਰਟੈਂਸ ਨੂੰ ਸਵੀਕਾਰ ਕੀਤਾ। ਠੀਕ ਹੈ ਜੀ, ਤਾਂ ਰਾਜਨੀਤੀ ਅਤੇ ਭੂਗੋਲ ਦੇ ਪ੍ਰਭਾਵ ਦੀ ਵਿਆਖਿਆ ਕੀਤੀ ਅਤੇ ਰਾਜਨੀਤਿਕ ਭੂਗੋਲ ਦੇ ਵਿਸ਼ੇ ਦਾ ਵਿਕਾਸ ਕੀਤਾ। ਠੀਕ ਹੈ ਜੀ, ਤਾਂ ਵਿਸ਼ੇਸ਼ ਕਰਕੇ ਜਿਹੜਾ ਫਰੈਡਰਿਕ ਰੇਜ਼ਲ ਸੀਗਾ, ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਕਿਹਾ ਗਾ ਕਿ ਰਾਜਨੀਤਿਕ ਭੂਗੋਲ ਦੇ ਵਿਸ਼ੇ ਦਾ ਕਾਫੀ ਜ਼ਿਆਦਾ ਮਹੱਤਵ ਹੈਗਾ। ਤਾਂ ਫਰੈਡਰਿਕ ਰੇਜ਼ਲ ਨੇ ਵੀ ਲਿਖਿਆ ਗਾ ਕਿ ਹਰ ਇੱਕ ਰਾਜ ਮਨੁੱਖਤਾ ਅਤੇ ਭੂ ਖੇਤਰ ਦੇ ਇੱਕ ਭਾਗ ਨਾਲ ਬਣਦਾ ਹੈਗਾ। ਠੀਕ ਹੈ ਜੀ, ਤਾਂ ਭੂ ਰਾਜਨੀਤੀ ਕੀ ਹੈ। ਠੀਕ ਹੈ ਜੀ, ਕੁਐਸਚਨ ਹੈਗਾ ਵਟ ਇਜ਼ ਜੀਓ ਪੋਲੀਟਿਕਸ। ਤਾਂ ਅੰਤਰਰਾਸ਼ਟਰੀ ਸੰਬੰਧਾਂ ਦਾ ਵਿਸ਼ਾ ਅਧਿਐਨ ਦਾ ਇੱਕ ਬਹੁਤ ਹੀ ਵਿਆਪਕ ਅਤੇ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਪਰਿਵਰਤਿਤ ਹੋਣ ਵਾਲਾ ਸਬਜੈਕਟ ਹੈਗਾ। ਤਾਂ ਇਸ ਦੇ ਲਈ ਅੰਤਰਰਾਸ਼ਟਰੀ ਸੰਬੰਧਾਂ ਨੂੰ ਸਮਝਣ ਅਤੇ ਉਹਨਾਂ ਦੇ ਬਾਰੇ ਭਵਿੱਖਬਾਣੀ ਕਰਨ ਦੇ ਲਈ ਭੂ ਰਾਜਨੀਤੀ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਸੰਬੰਧਾਂ ਦੇ ਭੂਗੋਲਿਕ ਤੱਤਾਂ ਦੇ ਵਿਸ਼ਲੇਸ਼ਣ ਉੱਤੇ ਜ਼ੋਰ ਦਿੱਤਾ। ਤਾਂ ਇਹ ਰਾਸ਼ਟਰੀ ਸ਼ਕਤੀ ਨੂੰ ਜਿਹੜੀ ਹੈ ਸਮੁੰਦਰੀ ਸ਼ਕਤੀ ਅਤੇ ਜ਼ਮੀਨੀ ਭੂਮੀ ਯਾਨੀ ਕਿ ਸ਼ਕਤੀ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ। ਤਾਂ ਭੂ ਖੰਡ ਅਤੇ ਭੂ ਰਾਜਨੀਤਿਕ ਬਣਤਰ ਦੀ ਜਿਹੜੀ ਹੈਗੀ ਧਰਾਤਲ ਦੇ ਆਧਾਰ 'ਤੇ ਰਾਜਨੀਤੀ ਵਿਸ਼ੇਸ਼ ਕਰਕੇ ਰਾਸ਼ਟਰੀ ਯੁੱਧ ਅਤੇ ਸ਼ਕਤੀ ਦਾ ਅਧਿਐਨ ਕਰਦੀ ਹੈ। ਤਾਂ ਭੂ ਰਾਜਨੀਤੀ ਇੱਕ ਭੂਮੀ ਖੇਤਰ ਦੇ ਵਿੱਚ ਰਾਜਨੀਤਿਕ ਸ਼ਕਤੀ ਦੀ ਵਰਤੋਂ ਦੀ ਵੀ ਵਿਸ਼ਲੇਸ਼ਣ ਕਰਦੀ ਹੈ ਅਤੇ ਭੂਮੀ ਖੇਤਰ ਦੇ ਵਿੱਚ ਰਾਜਨੀਤਿਕ ਸ਼ਕਤੀ ਸੰਬੰਧੀ ਭਵਿੱਖਬਾਣੀਆਂ ਵੀ ਕਰਦੀ ਹੈ। ਤਾਂ ਭੂ ਰਾਜਨੀਤੀ ਦ੍ਰਿਸ਼ਟੀਕੋਣ ਦੇ ਵਿੱਚ ਕੇਵਲ ਰਾਜਨੀਤੀ ਉੱਤੇ ਭੂਗੋਲ ਦੇ ਅਸਰ ਦੇ ਅਧਿਐਨ ਨੂੰ ਹੀ ਮਹੱਤਵ ਦਿੱਤਾ ਗਿਆ ਗਾ, ਸਗੋਂ ਇਹ ਤਾਂ ਭੂਗੋਲ ਵਿੱਚ ਸੰਪਰਕਾਂ ਅਤੇ ਸੰਬੰਧਾਂ ਰਾਜਨੀਤਿਕ ਸ਼ਕਤੀ ਨੂੰ ਪ੍ਰਤੱਖ ਰੂਪ ਦੇ ਵਿੱਚ ਧਿਆਨ ਦਾ ਮੁੱਖ ਬਿੰਦੂ ਮੰਨਦੀ ਹੈ। ਤਾਂ ਭੂ ਰਾਜਨੀਤੀ ਵਿਸ਼ਵ ਰਾਜਨੀਤੀ ਦੇ ਵਿੱਚ ਸ਼ਕਤੀ ਨੂੰ ਭੂਗੋਲ ਦੇ ਆਧਾਰ 'ਤੇ ਹੀ ਵਿਸ਼ਲੇਸ਼ਿਤ ਕਰਦੀ ਹੈਗੀ। ਠੀਕ ਹੈ ਜੀ, ਤਾਂ ਸਮੁੰਦਰੀ ਸ਼ਕਤੀ ਅਤੇ ਭੂਮੀ ਸ਼ਕਤੀ ਰਾਸ਼ਟਰੀ ਸ਼ਕਤੀ ਦੇ ਬਹੁਤ ਹੀ ਮਹੱਤਵਪੂਰਨ ਤੱਤਾਂ ਦਾ ਜਿਹੜਾ ਇੱਥੋਂ ਵੀ ਹੈ ਨਿਰਧਾਰਤ ਵੀ ਸਮਝਦੀ ਹੈ। ਤਾਂ ਭੂ ਰਾਜਨੀਤੀ ਵਿਦੇਸ਼ ਨੀਤੀ ਦੇ ਵਿਸ਼ਲੇਸ਼ਣ ਦਾ ਇੱਕ ਇਹੋ ਜਿਹਾ ਤਰੀਕਾ ਹੈ ਜੋ ਅੰਤਰਰਾਸ਼ਟਰੀ ਰਾਜਨੀਤਿਕ ਵਿਵਹਾਰ ਦੀ ਸਥਿਤੀ, ਭੂਮੀ ਦੀ ਪ੍ਰਕਿਰਤੀ, ਜਲਵਾਯੂ, ਕੁਦਰਤੀ ਸੋਮਿਆਂ ਆਦਿ ਦੇ ਸੰਬੰਧ ਵਿੱਚ ਕੀਤੇ ਜਾਣ ਵਾਲੇ ਅਧਿਐਨ ਦੇ ਉੱਪਰ ਇਹਦਾ ਧਿਆਨ ਕੇਂਦਰਿਤ ਕਰਦੀ ਹੈ। ਤਾਂ ਆਮ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭੂ ਰਾਜਨੀਤਿਕ ਦ੍ਰਿਸ਼ਟੀਕੋਣ ਭੂ ਰਾਜਨੀਤਿਕ ਵਿਵਸਥਾ ਜੀਓਪੋਲੀਟੀਕਲ ਸਿਸਟਮ ਨੂੰ ਅੱਗੇ ਰੱਖ ਕੇ ਅੰਤਰਰਾਸ਼ਟਰੀ ਸੰਬੰਧਾਂ ਦਾ ਵਿਸ਼ਲੇਸ਼ਣ ਕਰਦੀ ਹੈ, ਅਨੈਲਿਸਿਸ ਕਰਦਾ ਹੈ। ਤਾਂ ਭੂ ਰਾਜਨੀਤਿਕ ਵਿਗਿਆਨੀ ਕੁਝ ਵੱਖ-ਵੱਖ ਰੂਪ ਦੇ ਵਿੱਚ ਭੂ ਰਾਜਨੀਤਿਕ ਤੱਤਾਂ ਦੇ ਆਧਾਰ ਦੇ ਉੱਤੇ ਅੰਤਰਰਾਸ਼ਟਰੀ ਸੰਬੰਧਾਂ ਦਾ ਅਧਿਐਨ ਕਰਦੇ ਨੇ। ਤਾਂ ਸਮਾਜ ਸ਼ਾਸਤਰ ਦੇ ਵਿੱਚ ਭੂਗੋਲਿਕ ਨਿਰਧਾਰਤ ਦੇ ਸਿਧਾਂਤ ਯਾਨੀ ਕਿ ਥਿਊਰੀ ਆਫ ਜੋਗ੍ਰਾਫੀਕਲ ਡਿਟਰਮਿਨਿਜ਼ਮ ਅਤੇ ਬਹੁਤ ਹੀ ਹਰਮਨ ਪਿਆਰੇ ਰੂਪ ਦੇ ਵਿੱਚ ਵਿਕਸਿਤ ਹੋਈ ਹੈ। ਤਾਂ ਇਹ ਵਿਚਾਰ ਦਿੱਤਾ ਜਾਂਦਾ ਹੈ ਕਿ ਭੂਗੋਲ ਹੀ ਸਾਰੇ ਸਮਾਜਿਕ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਗਾ, ਕਿ ਭੂਗੋਲ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਜੋਗ੍ਰਾਫੀ ਦਾ।
ਤਾਂ ਕਿ ਫਿਰ ਉਸ ਤੋਂ ਬਾਅਦ ਆਉਂਦਾ ਕਿ ਜਿਹੜੀ ਹੈਗੀ ਪਰੰਤੂ ਰਾਜਨੀਤਿਕ ਭੂਗੋਲ ਦਾ ਵਾਸਤਵਿਕ ਵਿਕਾਸ ਆ ਜਿਹੜਾ ਉਹ 20ਵੀਂ ਸਦੀ ਦੇ ਪਹਿਲੇ ਹਿੱਸੇ ਵਿਸ਼ੇਸ਼ ਕਰਕੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਹੋਇਆ। ਤਾਂ ਜਿਹੜਾ ਇਹ ਰਾਜਨੀਤਿਕ ਭੂਗੋਲ ਨੂੰ ਵੀ ਭੂ ਰਾਜਨੀਤੀ ਯਾਨੀ ਕਿ ਜੀਓ ਪੋਲੀਟਿਕਸ ਦਾ ਨਾਮ ਮਿਲਿਆ। ਤਾਂ ਵਾਸਤਵ ਦੇ ਵਿੱਚ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਜਰਮਨੀ ਦੇ ਵਿੱਚ ਰਾਜਨੀਤਿਕ ਭੂਗੋਲ ਨੂੰ ਰਾਜ ਦੇ ਇੱਕ ਰਾਜਨੀਤਿਕ ਉਪਕਰਨ ਦੇ ਵਜੋਂ ਵਰਤਿਆ ਗਿਆ। ਤਾਂ ਜਰਮਨ ਰਾਜਨੀਤੀ ਭੂਗੋਲਵਾਦੀਆਂ ਨੇ ਰਾਜ ਦੀ ਸ਼ਕਤੀ ਅਤੇ ਨੀਤੀਆਂ ਉੱਤੇ ਭੂਗੋਲਿਕ ਤੱਤਾਂ ਦੇ ਪ੍ਰਭਾਵ ਨੂੰ ਬਹੁਤ ਮਹੱਤਵ ਦਿੱਤਾ। ਤਾਂ ਜਰਮਨੀ ਦੇ ਵਿੱਚ ਭੂਗੋਲ ਜਿਹੜੀ ਹੈ ਭੂ ਰਾਜਨੀਤਿਕ ਨੂੰ ਰਾਜ ਦੀ ਨੀਤੀ ਨਿਰਮਾਣ ਪ੍ਰਕਿਰਿਆ ਦੇ ਇੱਕ ਮਹੱਤਵਪੂਰਨ ਆਧਾਰ ਵਜੋਂ ਪੇਸ਼ ਕੀਤਾ ਗਿਆ। ਤਾਂ ਜਰਮਨੀ ਦੇ ਵਿੱਚ ਵਿਕਸਿਤ ਹੋਈ ਭੂ ਰਾਜਨੀਤੀ ਦੇ ਪ੍ਰਭਾਵ ਦੇ ਅਧੀਨ ਹੋਰ ਦੇਸ਼ਾਂ ਦੇ ਵਿੱਚ ਵੀ ਭੂ ਰਾਜਨੀਤਿਕ ਅਧਿਐਨ ਕੀਤੇ ਗਏ। ਅਤੇ ਬ੍ਰਿਟੇਨ ਦੇ ਵਿੱਚ ਹੈਲਫੋਰਡ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਪਾਈਕਸਮੈਨ ਅਤੇ ਐਸ.ਵੀ. ਕੋਹਨ ਨੇ ਭੂ ਰਾਜਨੀਤਿਕ ਅਧਿਐਨ ਦੇ ਜਿਹੜੀ ਮਹੱਤਤਾ ਨੂੰ ਸਵੀਕਾਰ ਕੀਤਾ। ਤਾਂ ਆਰੰਭ ਦੇ ਵਿੱਚ ਫਰੈਡਰਿਕ ਰੈਟਜ਼ਲ ਅਤੇ ਉਸ ਦੇ ਵੱਡੇ ਸਮਰਥਕ ਰੁਡੋਲਫ ਕੈਜ਼ਲਿਨ ਨੇ ਰਾਜਨੀਤਿਕ ਭੂਗੋਲ ਉੱਤੇ ਜ਼ੋਰ ਦਿੱਤਾ। ਤਾਂ ਫਰੈਡਰਿਕ ਰੈਟਜ਼ਲ ਨੇ ਲਿਖਿਆ ਹੈ ਕਿ ਹਰ ਇੱਕ ਰਾਜ ਮਨੁੱਖਤਾ ਅਤੇ ਭੂ ਖੇਤਰ ਦੇ ਇੱਕ ਭਾਗ ਨਾਲ ਬਣਦਾ ਹੈਗਾ। ਠੀਕ ਹੈ ਜੀ। ਉਹ ਕਹਿੰਦੇ ਕਿ ਐਵਰੀ ਸਟੇਟ ਇਜ਼ ਮੇਡ ਅਪ ਆਫ ਪੋਰਸ਼ਨ ਆਫ ਟੈਰੀਟਰੀ ਐਂਡ ਹਿਊਮੈਨਿਟੀ। ਤਾਂ ਸੰਯੁਕਤ ਰਾਜ ਅਮਰੀਕਾ ਨੇ ਰਾਸ਼ਟਰੀ ਸ਼ਕਤੀ ਦੇ ਵਿੱਚ ਸਮੁੰਦਰੀ ਸ਼ਕਤੀ ਯਾਨੀ ਕਿ ਨੇਵਲ ਪਾਵਰ ਨੂੰ ਵੀ ਮਹੱਤਵ ਦਿੱਤਾ। ਅਤੇ ਭੂ ਰਾਜਨੀਤਿਕ ਵਿਗਿਆਨੀਆਂ ਨੇ ਇਸ ਵਿਚਾਰ ਨੂੰ ਸਵੀਕਾਰ ਵੀ ਕੀਤਾ ਕਿ ਵਿਸ਼ਵ ਦੇ ਵਿੱਚ ਉਹ ਦੇਸ਼ ਇੱਕ ਮਹਾਂਸ਼ਕਤੀ ਦਾ ਦਰਜਾ ਪ੍ਰਾਪਤ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਵਿਸ਼ਾਲ ਸਮੁੰਦਰੀ ਸ਼ਕਤੀ ਹੋਵੇ, ਜੋ ਵਿਸ਼ਵ ਦੇ ਸਮੁੰਦਰਾਂ 'ਤੇ ਰਾਜ ਕਰੇ ਅਤੇ ਵਿਸ਼ਵ ਜਿਹੜਾ ਹੈ ਸਮੁੰਦਰੀ ਵਪਾਰ ਵਿਵਸਥਾ ਨੂੰ ਨਿਰਦੇਸ਼ਿਤ ਅਤੇ ਸੰਚਾਲਿਤ ਕਰਨ ਦੇ ਲਈ ਆਪਣੇ ਪੱਖ ਦੇ ਵਿੱਚ ਵਰਤਣ ਦੀ ਸਮਰੱਥਾ ਰੱਖਦਾ ਹੋਵੇ। ਇਸ ਤਰ੍ਹਾਂ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਬਹੁਤ ਮਹੱਤਵ ਪ੍ਰਾਪਤ ਹੋ ਗਿਆ। ਅਤੇ ਭੂਗੋਲਿਕ ਤੱਤਾਂ ਦੇ ਆਧਾਰ 'ਤੇ ਰਾਸ਼ਟਰੀ ਸ਼ਕਤੀ ਸੰਬੰਧਾਂ ਦਾ ਅਧਿਐਨ ਕਰਨਾ ਬਹੁਤ ਹੀ ਜ਼ਿਆਦਾ ਪ੍ਰਚਲਿਤ ਅਭਿਆਸ ਬਣ ਗਿਆ। ਅਤੇ ਅਲਫਰਡ ਮਹਾਨ, ਮੈਕਿੰਡਰ, ਹੋਸਫਰ, ਐਸ.ਬੀ. ਕੋਹਨ ਅਤੇ ਸਪਾਈਕਸਮੈਨ ਦੇ ਨਾਂ ਭੂ ਰਾਜਨੀਤੀ ਦੇ ਅਧਿਐਨ ਦੇ ਵਿੱਚ ਬਹੁਤ ਪ੍ਰਸਿੱਧ ਹੋ ਗਏ। ਅਤੇ ਭੂ ਰਾਜਨੀਤੀ ਦੇ ਅਧਿਐਨ ਨੂੰ ਅੰਤਰਰਾਸ਼ਟਰੀ ਸੰਬੰਧਾਂ ਦੇ ਅਧਿਐਨ ਦਾ ਇੱਕ ਮਹੱਤਵਪੂਰਨ ਖੇਤਰ ਦੇ ਰੂਪ ਵਿੱਚ ਮਾਨਤਾ ਵੀ ਮਿਲ ਗਈ। ਤਾਂ ਜਰਮਨੀ ਦੇ ਵਿੱਚ ਵਿਕਸਿਤ ਹੋਏ ਭੂ ਰਾਜਨੀਤਿਕ ਦ੍ਰਿਸ਼ਟੀਕੋਣ ਨੇ ਵਿਸ਼ਵ ਦੇ ਕੁਝ ਦੂਜੇ ਵਿਦਵਾਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੇ ਆਪਣੇ ਆਪਣੇ ਭੂ ਰਾਜਨੀਤਿਕ ਸਿਧਾਂਤ ਪੇਸ਼ ਕੀਤੇ। ਤਾਂ ਸਟੂਡੈਂਟ ਅਸੀਂ ਅੱਜ ਪੜ੍ਹਿਆ ਕਿ ਭੂ ਰਾਜਨੀਤੀ ਕੀ ਹੁੰਦੀ ਹੈਗੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਇਹਦਾ ਕੀ ਮਹੱਤਵ ਹੈ ਅਤੇ ਵੱਖ-ਵੱਖ ਵਿਦਵਾਨਾਂ ਨੇ ਇਹਦੇ ਬਾਰੇ ਕੀ ਵਿਚਾਰ ਦਿੱਤੇ ਹੈਗੇ। ਤਾਂ ਮੈਂ ਉਮੀਦ ਕਰਦੀ ਹਾਂ ਇਹ ਸਭ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਸੋ ਥੈਂਕ ਯੂ।